हाँ जी प्यारे विद्यार्थियों, मैं मोनिका मेहता साइंस मिस्टर्स GSS लोहगढ़ ਤੁਹਾਨੂੰ ਪਾਰਟ 2 ਕਰਾ ਰਹੇ ਹਾਂ। ਪਾਰਟ 2 ਲੈਸਨ 7 ਕੰਟਰੋਲ ਐਂਡ ਕੋਆਰਡੀਨੇਸ਼ਨ ਦਾ। ठीक है, वी ऑलरेडी डिस्कस दी रिफ्लैक्स एक्शन ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਉਹਦੇ ਵਿੱਚ ਥੋੜ੍ਹਾ ਜਿਹਾ ਦੱਸਣਾ ਸੀ, ਇਹ ਜੋ ਸਕਿਨ ਹੈ, ਸਕਿਨ ਦੇ ਉੱਤੇ ਜੋ ਡੈਂਡਰਾਈਟ ਦੇ ਐਂਡਸ ਹੋਣਗੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਰਿਸੈਪਟਰਸ। ਇੱਥੇ ਕਿਆ ਹੋਣਗੇ, ਡੈਂਡਰਾਈਟਸ ਹੋਣਗੇ। ਤਾਂ ਇੱਥੋਂ ਨਿਊਰੋਨਸ ਦੇ ਰਾਹੀਂ ਜੋ ਸਾਡੀ ਇਲੈਕਟ੍ਰੀਕਲ ਇੰਪਲਸਸ ਹੈ ਜਾਂ ਇਲੈਕਟ੍ਰੀਕਲ ਸਿਗਨਲ ਹੈਗਾ, ਉਹ ਕਿੱਥੇ ਜਾ ਰਿਹਾ, ਸਪਾਈਨਲ ਕੋਰਡ ਜਾਂ ਬ੍ਰੇਨ ਨੂੰ। ਰਿਸੈਪਟਰ ਔਰਗਨ ਤੋਂ ਬ੍ਰੇਨ ਜਾਂ ਸਪਾਈਨਲ ਕੋਰਡ ਨੂੰ ਜੋ ਸਿੰਗਲ ਇੰਪਲਸਸ ਜਾ ਰਹੀਆਂ, ਉਹ ਕਿਹੜੇ ਨਿਊਰੋਨ ਰਾਹੀਂ ਜਾਣਗੀਆਂ, ਸੈਂਸਰੀ ਨਿਊਰੋਨ ਰਾਹੀਂ। ਔਰ ਮੋਟਰ ਨਿਊਰੋਨ ਰਾਹੀਂ ਇਫੈਕਟਰ ਔਰਗਨਸ, ਮਸਲਸ ਨੇ ਕੰਟਰੈਕਟ ਰਿਲੈਕਸ ਕਰਨਾ ਹੈਗਾ, ਤਾਂ ਸੈਂਟਰਲ ਨਰਵਸ ਸਿਸਟਮ 'ਚ ਨੂੰ ਮੈਸੇਜ ਕੌਣ ਵਾਪਸ ਲੈ ਕੇ ਆਏਗਾ, ਮੋਟਰ ਨਿਊਰੋਨ। ਔਰ ਜੋ ਇਹਨਾਂ ਨੂੰ ਕਨੈਕਟ ਕਰਦੀ ਹੈ, ਸੈਂਸਰੀ ਨਿਊਰੋਨ ਅਤੇ ਮੋਟਰ ਨਿਊਰੋਨ ਨੂੰ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਰਿਲੇ ਨਿਊਰੋਨ। ਦੇ ਆਰ ਪ੍ਰੈਜੈਂਟ ਇਨ ਦੀ ਬ੍ਰੇਨ ਔਰ ਦੀ ਸਪਾਈਨਲ ਕੋਰਡ। ਠੀਕ ਹੈ, ਕਨੈਕਸ਼ਨ ਬਿਟਵੀਨ ਦੀ ਸੈਂਸਰੀ ਨਿਊਰੋਨ ਐਂਡ ਮਸਲ ਨਿਊਰੋਨ। ਤਾਂ ਇੱਦਾਂ ਇਹ ਰਿਫਲੈਕਸ ਆਰਕ ਕਿਆ ਹੈ, ਰਿਫਲੈਕਸ ਐਕਸ਼ਨ ਕੰਮ ਕਰਦਾ ਹੈ ਇਮੀਡੀਏਟ ਐਕਸ਼ਨ ਲਈ, ਰਿਸਪੌਂਡ ਟੂ ਸਟੀਮੂਲਾਈ। this already we have done discuss in the this chapter in the part 1 video. Now we will discuss the hormones, topic of the hormones, animal hormones. Later in the third video we will discuss the plant hormone. What are the hormones? These are chemical that take the information within the body. ठीक है, ਬਲੱਡ ਦੇ ਥਰੂ ਜੋ ਇਨਫੋਰਮੇਸ਼ਨ ਟਾਰਗੇਟਸ ਔਰਗਨਸ ਤੱਕ ਲੈ ਕੇ ਜਾਂਦੇ ਹੈਗੇ ਆ ਜਾਂ ਰੈਗੂਲੇਟ ਕਰਦੇ ਆ ਬੋਡੀ ਦੇ ਫੰਕਸ਼ਨਸ ਨੂੰ, ਤਾਂ ਉਹਨਾਂ ਨੂੰ ਕੀ ਕਹਿੰਦੇ ਆ, ਹਾਰਮੋਨਸ। ਇਹ ਕੀ ਹੁੰਦੇ ਆ, ਕੈਮੀਕਲ ਰਿਲੀਜ਼ਡ ਬਾਏ ਐਂਡੋਕਰਾਈਨ ਗਲੈਂਡਸ ਇਹਨਾਂ ਨੂੰ ਰਿਲੀਜ਼ ਕਰਦੀਆਂ। ਇਹ ਡਕਟਲੈਸ ਗਲੈਂਡਸ ਹੁੰਦੀਆਂ। ਠੀਕ ਹੈ, ਇਹਨਾਂ ਦੀਆਂ ਸਕਰੀਸ਼ਨ ਜੋ ਐਂਡੋਕਰਾਈਨ ਗਲੈਂਡਸ ਦੀਆਂ ਸਕਰੀਸ਼ਨ ਹੈ, ਉਹ ਬਲੱਡ ਦੇ ਵਿੱਚ ਡਾਇਰੈਕਟਲੀ ਰਿਲੀਜ਼ ਹੋਣਗੀਆਂ। ਬਲੱਡ ਤੋਂ ਇਹ ਟਾਰਗੇਟ ਔਰਗਨਸ 'ਤੇ ਕੰਮ ਕਰਨਗੇ, ਜਿਹਦੇ ਥਰੂ ਇਹ ਬਲੱਡ 'ਚ ਇਹ ਕੈਮੀਕਲਸ ਆ ਗਏ, ਕੈਮੀਕਲਸ ਉਸ ਔਰਗਨ 'ਤੇ ਜਾਣਗੇ। ਉੱਥੋਂ ਕਿਆ ਹੈ, ਹਾਰਮੋਨਸ ਜੋ ਰਿਲੀਜ਼ ਹੁੰਦੇ ਆ, ਉਹਦੇ ਕਰਕੇ ਬੋਡੀ ਦੇ ਕੰਟਰੋਲ ਐਂਡ ਫੰਕਸ਼ਨਸ ਹੁੰਦੇ ਆ। ਜਿਵੇਂ ਇੱਥੇ ਇੱਕ ਸਕਿਰਲ ਦੀ ਐਗਜ਼ਾਮਪਲ ਲਈ ਹੈਗੀ ਆ। ਠੀਕ ਹੈ, ਉਹ ਇੱਦਾਂ ਦਾ ਕੁਛ ਦੇਖਦੀ ਹੈ, ਜਾਂ ਤਾਂ ਉਹ ਫਾਈਟ ਕਰੇਗੀ ਜਾਂ ਰਨ ਕਰੇਗੀ। ਸੇਮ ਅਸੀਂ ਕਈ ਵਾਰੀ ਇਮੋਸ਼ਨਸ ਸਾਡੇ, ਠੀਕ ਹੈ, ਇਮੋਸ਼ਨਸ ਹੁੰਦੇ ਆ, ਫੀਅਰ, ਐਂਗਰ, ਲਵ, ਸੈਡ, ਅਦਰ ਮੂਡ। ਠੀਕ ਹੈ, ਤਾਂ ਇਹ ਸਾਰੇ ਹਾਰਮੋਨਸ ਦੇ ਅੰਡਰ ਕੰਟਰੋਲ ਹੁੰਦੇ ਆ। ਕਿਵੇਂ ਹਾਰਮੋਨਸ ਇਹਨਾਂ ਨੂੰ ਕੰਟਰੋਲ ਕਰਦੇ ਆ, ਤਾਂ ਸਾਡੇ ਵਿੱਚ ਕੰਟਰੋਲ ਐਂਡ ਕੋਆਰਡੀਨੇਸ਼ਨ ਜੋ ਹੈ, ਕੰਟਰੋਲ ਐਂਡ ਕੋਆਰਡੀਨੇਸ਼ਨ ਦੋ ਸਿਸਟਮਸ ਰਾਹੀਂ ਹੁੰਦਾ। ਇੱਕ ਤਾਂ ਨਿਊਰੋਨਸ ਰਾਹੀਂ, ਨਰਵ ਰਾਹੀਂ, ਦੂਸਰਾ ਕੈਮੀਕਲਸ ਜਿਨ੍ਹਾਂ ਨੂੰ ਕੀ ਕਹਿੰਦੇ ਆ, ਹਾਰਮੋਨਸ ਕਹਿੰਦੇ ਆ। ਇਹਦੇ ਰਾਹੀਂ ਸਾਡੀ ਬੋਡੀ ਦੇ ਮਕੈਨਿਜ਼ਮ ਕੰਟਰੋਲ ਹੁੰਦੇ ਆ। ਤਾਂ ਕਈ ਤਰ੍ਹਾਂ ਦੇ ਹਾਰਮੋਨਸ ਹੁੰਦੇ ਹੈਗੇ ਆ, ਅਸੀਂ ਇੱਕ ਇੱਕ ਕਰਕੇ ਉਹਨਾਂ ਨੂੰ ਪੜ੍ਹਦੇ ਹਾਂ। ਬ੍ਰੇਨ ਹੈ, ਬ੍ਰੇਨ ਦੇ ਨੀਚਲੇ ਇੱਥੇ ਹਾਈਪੋਥੈਲਮਸ ਅਤੇ ਇੱਥੇ ਕਿਆ ਹੁੰਦੀ ਹੈ, ਪਿਚੂਟਰੀ ਗਲੈਂਡ ਹੁੰਦੀ ਹੈ। ਪਿਚੂਟਰੀ ਗਲੈਂਡ ਨੂੰ ਅਸੀਂ ਮਾਸਟਰ ਗਲੈਂਡ ਵੀ ਕਹਿੰਦੇ ਹਾਂ। ਇਹ ਜੋ ਦੀ ਹਾਰਮੋਨ secreted by the pituitary gland act upon the other glands to release their ਹਾਰਮੋਨ। ਪਿਚੂਟਰੀ ਹਾਰਮੋਨਸ ਜੋ ਹੈ, ਜੋ ਸਟੀਮੂਲੇਟਿੰਗ ਹਾਰਮੋਨ ਰਿਲੀਜ਼ ਕਰੇਗੀ, ਉਹ ਦੂਸਰੇ ਬਲੱਡ 'ਚ ਰਿਲੀਜ਼ ਹੋਣਗੇ, ਬਲੱਡ ਤੋਂ ਹੋਰ ਗਲੈਂਡਸ 'ਤੇ ਜਾਣਗੇ, ਅਤੇ ਜਿਹਦੇ ਅੰਡਰ ਇਹ ਆਪਣੇ ਹਾਰਮੋਨ ਰਿਲੀਜ਼ ਕਰੇਗੀ। ਤਾਂ ਇੱਦਾਂ ਤਾਂ ਕਰਕੇ ਇਸਨੂੰ ਪਿਚੂਟਰੀ ਗਲੈਂਡ ਨੂੰ ਮਾਸਟਰ ਗਲੈਂਡ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਗਲੇ ਦੇ ਵਿੱਚ ਇੱਥੇ, ਠੀਕ ਹੈ, ਥਾਇਰਾਇਡ ਗਲੈਂਡ ਹੁੰਦੀ ਹੈ। ਕਿਹੜਾ ਹਾਰਮੋਨ ਸਕ੍ਰੀਏਟ ਕਰੇਗੀ, ਥਾਇਰੋਕਸਿਨ ਹਾਰਮੋਨ ਕੀ ਕਰਦਾ ਹੈ, ਮੈਟਾਬੋਲਿਜ਼ਮ ਕਰਾਉਂਦਾ ਹੈਗਾ, ਮੈਟਾਬੋਲਿਜ਼ਮ ਆਫ ਕਾਰਬੋਹਾਈਡਰੇਟ, ਜਿੰਨੇ ਵੀ ਕਾਰਬੋਹਾਈਡਰੇਟ, ਫੈਟਸ, ਪ੍ਰੋਟੀਨਸ ਫੈਟਸ, ਇਹਨਾਂ ਦੀ ਮੈਟਾਬੋਲਿਜ਼ਮ 'ਚ ਹੈਲਪ ਕਰਦਾ ਹੈਗਾ।
ठीक है। जे मैटाबोलाइज होणगे तइयों साडी ग्रोथ हुंदी हैगी है। तो थायरॉक्सिन हारमोन जो है ग्रोथ ते मैटाबोलिज्म च हैल्प करता है, मैटाबोलिज्म ऑफ कार्बोहाइड्रेट प्रोटीन्स च। अगर थायरॉक्सिन हारमोन की कमी हो जाती है तो डवार्फ, ठीक है, साडा कद क्या होएगा, मदरा रह जाता है। और अगर थायरॉक्सिन हारमोन तो गैंगटिज्म नाम मीनस बहुत ज़्यादा लंबा होना, इदां दियां प्रॉब्लम्स आ जांदियां। थायराइड ग्लैंड अगर प्रॉपर ना फंक्शन करे तो ये गला क्या है, फुल जाएगा, जिसनों गोएटर रोग कहते हैं, गोएटर ਜਾਂ पंजाबी च गिल्लड़ रोग कहते हैं। इसे करके आयोडाइज्ड सॉल्ट, आयोडीन प्लस सोडियम क्लोराइड जो नमक खाने असी वो आयोडीन कंटेनिंग होंदा, आयोडीन थायरॉक्सिन हारमोन रिलीज़ करन च हैल्प करती हैगी है। और ये नाल एक ग्लैंड पई हुंदी है जिसनों असी की कहने पैराथायराइड हारमोन। ये ब्लड दे विच कैल्शियम दा लैवल जो है मेनटेन करके रखता है। थाइमस ग्लैंड है टैंपरेचर नाल रिलेटेड है, साडी बॉडी का टैंपरेचर कंट्रोल करती हैगी है। फिर इस तो बाद स्टमक दे नीचे ग्लैंड पई हुंदी है पैनक्रियाज दो तरह के हारमोन रिलीज़ करेगी, इंसूलिन ते ग्लूकागोन। इंसूलिन ब्लड च शूगर दा लैवल घटांदा है ते ग्लूकागोन लैवल वधांदा है। इदा ब्लड दे विच जो है दोनों हारमोन्स क्या है शूगर दा लैवल मेनटेन करके रखते हैं। सपोज किसी ने ब्लड दे विच शूगर ज़्यादा होगी, शूगर दी अमाउंट की है इनक्रीज होगी, तो उस टाइम इंसूलिन सक्रीट होएगा, ठीक है। इंसूलिन इनू मैटाबोलाइज कर देगा, ग्लूकोज नू शूगर नू ग्लूकोज च तोड़ देगा, तो यूरिन ही साडी शूगर जो है एक्सैस ऑफ शूगर ग्लूकोज विल बी एलिमीनेटेड आउट। तो अगर किसी नू डायबिटीज़ हो जाती है, डायबिटीज़ मीनस यूरिन च ग्लूकोज दी अमाउंट आना, शूगर दी अमाउंट आना, तो उहदे विच इंसूलिन हारमोन घट सक्रीट हो रहा है, तो उसनों इंसूलिन दे इंजैक्शन लगाए जाते हैं। इदा ब्लड दे विच इंसूलिन हारमोन है वो क्या है ग्लूकोज के लैवल नू मेनटेन करके रखता है। और इंसूलिन कित्थों सक्रीट होंदी है, पैनक्रियास तो। सेम इदा ही किडनी हैगी है साडियां, बहुत किडनी है इत्थे उपर डोर्सल साइड ते क्या पई हुंदी है, एड्रीनलिन ग्लैंड पई हुंदी है, ठीक है। ये जिहड़ा एड्रीनलिन ग्लैंड हुंदी है, जिहड़ा हारमोन सक्रीट करेगी, एड्रीनलिन नाम दा हारमोन सक्रीट करेगी। इनू फाइट एंड फ्लाइट हारमोन भी कहने आ, मीनस या तो लड़ो फाइट, ठीक है, और रन अवे। सपोज कोई साडी इदां दी सिचुएशन आ गई, मन लो, ठीक है, फीयर है, असी कुछ शेर वगैरह या सप्प देख लिया, या सानू गुस्सा आया, या लव दी फीलिंग है, सैडनैस है, एनी इमोशन कनैक्टड विद अवर मूड, ठीक है। तो उस टाइम एड्रीनलिन रिलीज़ होएगा, एड्रीनलिन रिलीज़ हुंदा है एड्रीनलिन ग्लैंड तो, जिहदे करके हार्ट बीट तेज़ हो जाएगी, ठीक है। जो डाइजैसटिव सिस्टम के सराउंडिंग तो ज़्यादा ऑक्सीजन की लोड़ होगी, जिहड़ी डाइजैसटिव सिस्टम के आस पास आर्टरीज होंदियां छोटियां जी, वो सुंगड़ जाणगियां, डाइजैसटिव सिस्टम सुंगड़ जाएगा। इस दे नाल मसल्स, स्कैलेटन मसल सुंगड़ जाते हैं, तो साडी ब्रीदिंग भी क्या हो जाएगी, फास्ट हो जाएगी। मीनस एनी इमोशन से टाइम हार्ट बीट और डाइजैशन की प्रॉब्लम आ जाती हैगी है, ठीक है। उसकी कंट्रैक्शन वध जाती है, मसल्स च भी कंट्रैक्शन वध जाती है, तो इदां दियां प्रॉब्लम्स आंदियां हैगियां ड्यू टू रिलीज़ ऑफ एड्रीनलिन। ये कदों रिलीज़ होएगा, जो कोई भी एमरजेंसी कंडीशन होएगी, उदों एकदम एड्रीनलिन रिलीज़ होंदा है। हाइपोथैलेमस भी पिचूटरी दे नाल ही काम करता है, किते हारमोन रिलीज़ करता है बहुत सारे। तो उस तो बाद है साडे मेल ते फीमेल ऑर्गनस। मेल्स दे विच टेस्टिस हुंदा और फीमेल्स दे विच क्या हुंदियां, ओवरीज हुंदियां। टेस्टिस क्या सक्रीट करनगे, टेस्टोस्टिरोन हारमोन। ये मेल दे विच सेकेंडरी करैक्टर्स डिवेलप करन च हैल्प करदे हैं, लाइक फॉर्मेशन ऑफ स्पर्म,
growth of body hairs extra, ठीक है। you can see the puberty can be attained due to these hormone, ठीक है। ਮੇਲਸ 'ਚ ਬੋਇਜ਼ ਤੋਂ ਅਡਲਟ 'ਚ ਚੇਂਜਸ ਦੇ ਦੌਰਾਨ। ਇਸੇ ਤਰ੍ਹਾਂ ਓਵਰੀ ਹੈਗੀ ਆ, ਓਵਰੀ ਤੋਂ ਕਿਹੜੇ ਹਾਰਮੋਨ ਸਕਰੀਟ ਹੋ ਰਹੇ ਆ, ਐਸਟ੍ਰੋਜਨ ਇਸ ਦੇ ਕਰਕੇ ਫੀਮੇਲ ਦੇ ਸੈਕੰਡਰੀ ਕਰੈਕਟਰਿਸਟਿਕਸ ਡਿਵੈਲਪ ਹੁੰਦੇ ਆ, ਲਾਈਕ ਫਾਰਮੇਸ਼ਨ ਆਫ ਐਗ ਔਰ ਔਨਸੈਟ ਆਫ ਦੀ ਮੈਂਸੂਰੇਸ਼ਨ ਪੀਰੀਅਡ। ਤਾਂ ਇਹ ਦੋਨੋਂ ਇਸ ਤਰ੍ਹਾਂ ਜਿੰਨੇ ਵੀ ਹਾਰਮੋਨਸ ਆ ਉਹਨਾਂ ਨੂੰ ਕਿਆ ਕੰਟਰੋਲ ਕਰਦੀ ਹੈ, ਕਿਹੜੀ ਗਲੈਂਡ, ਪਿਚੂਟਰੀ ਗਲੈਂਡ ਕੰਟਰੋਲ ਕਰਦੀ ਹੈ। ਜਿਹੜੇ ਹਾਰਮੋਨ ਰਿਲੀਜ਼ ਕਰੇਗੀ ਉਹ ਬਲੱਡ ਤੋਂ ਹਾਰਮੋਨ ਟਾਰਗੇਟ ਗਲੈਂਡ 'ਤੇ ਕੰਮ ਕਰਨਗੇ। ਅਡਰੀਨਲਿਨ ਦੇ ਫੰਕਸ਼ਨ ਦੱਸੇ ਹੈਗੇ। ਅਡਰੀਨਲਿਨ ਜਿਹੜਾ ਡਾਇਰੈਕਟਲੀ ਬਲੱਡ 'ਚ ਰਿਲੀਜ਼ ਹੁੰਦਾ, ਜਿਸ ਕਰਕੇ ਹਾਰਟ ਬੀਟ ਇਨਕਰੀਜ਼ ਹੋ ਜਾਂਦੀ ਹੈਗੀ ਹੈ। ਉਹਦੇ ਨਾਲ ਸਾਡੇ ਡਾਈਜੈਸਟਿਵ ਸਿਸਟਮ ਦੇ ਜਿਹੜੇ ਮਸਲ ਐਜ਼ ਸਕਿਨ ਦੇ ਮਸਲ ਹੈ ਕੰਟਰੈਕਟ ਹੋਣਗੇ, ਤਾਂ ਜਿਸ ਦੇ ਕਰਕੇ ਸਕੈਲਟਨ ਮਸਲ ਕੰਟਰੈਕਸ਼ਨ ਹੋਏਗੀ, ਜਿਵੇਂ ਡਾਇਆਫਰੈਗਮ ਅਤੇ ਰਿਬਸ ਵਗੈਰਾ ਕੰਟਰੈਕਟ ਹੋਣ ਦੇ ਕਰਕੇ ਸਾਡੀ ਬਰੀਦਿੰਗ ਤੇਜ਼ ਹੋ ਜਾਂਦੀ ਹੈਗੀ ਆ। ਤਾਂ ਇਹ ਹਾਰਮੋਨ ਜਿਹੜਾ ਹੈਗਾ ਐਂਡੋਕਰਾਈਨ ਸਿਸਟਮ ਦੇ ਵਿੱਚ ਆਉਂਦਾ ਹੈਗਾ, ਠੀਕ ਹੈ। ਤਾਂ ਇਹ ਸੀਗੇ ਅਡਰੀਨਲਿਨ ਦੇ ਫੰਕਸ਼ਨ। ਪਿਚੂਟਰੀ ਗਲੈਂਡ ਜਿਹੜੇ ਹਾਰਮੋਨ ਰਿਲੀਜ਼ ਕਰੇਗੀ ਉਹ ਇਹਨਾਂ ਸਾਰੀਆਂ ਗਲੈਂਡਸ ਨੂੰ ਸਟੀਮੂਲੇਟ ਕਰਨਗੇ ਟੂ ਰਿਲੀਜ਼ ਦੇਅਰ ਹਾਰਮੋਨਸ। ਉਸ ਤੋਂ ਬਾਅਦ ਹੈਗਾ ਇੱਕ ਫੀਡਬੈਕ ਮੈਕੈਨਿਜ਼ਮ। ਜਿੰਨੇ ਵੀ ਇਹ ਹਾਰਮੋਨਸ ਹੈਗੇ ਆ ਉਹ ਫੀਡਬੈਕ ਮੈਕੈਨਿਜ਼ਮ ਦਾ ਮੀਨਸ ਕਿਆ ਹੈ, ਫੀਡਬੈਕ, ਠੀਕ ਹੈ। ਮੰਨ ਲਓ ਸਾਡੀਆਂ ਕਿਆ ਇਹ ਪੈਨਕ੍ਰੀਆਜ਼ ਹੈ, ਪੈਨਕ੍ਰੀਆਜ਼ ਨੇ ਕਿਆ ਸਕਰੀਟ ਕਰਨਾ, ਇੰਸੂਲਿਨ ਬਲੱਡ ਦੇ ਵਿੱਚ ਜਦੋਂ ਗਲੂਕੋਜ਼ ਦਾ ਸ਼ੂਗਰ ਦਾ ਲੈਵਲ ਵੱਧ ਜਾਂਦਾ, ਠੀਕ ਹੈ, ਉਸ ਟਾਈਮ ਹੀ ਇੰਸੂਲਿਨ ਸਕਰੀਟ ਹੋਏਗਾ। ਤਾਂ ਬਲੱਡ ਤੋਂ ਕੈਮੀਕਲਸ ਜਾਣਗੇ ਪਿਚੂਟਰੀ ਨੂੰ, ਠੀਕ ਹੈ। ਅਤੇ ਇਹ ਜਿਹੜੇ ਹਾਰਮੋਨ ਰਿਲੀਜ਼ ਕਰੇਗੀ ਉਹ ਪੈਨਕ੍ਰੀਆਜ਼ ਨੂੰ ਇਫੈਕਟ ਕਰਨਗੇ। ਐਜ਼ ਏ ਰਿਜ਼ਲਟ ਪੈਨਕ੍ਰੀਆਜ਼ ਇੰਸੂਲਿਨ ਸਕਰੀਟ ਕਰੇਗਾ, ਫਿਰ ਇੰਸੂਲਿਨ ਸ਼ੂਗਰ ਨੂੰ ਮੈਟਾਬੋਲਾਈਜ਼ ਕਰੇਗਾ। ਮੀਨਸ ਜਦੋਂ ਵੀ ਬਲੱਡ 'ਚ ਅਸੀਂ ਵੀ ਤਾਂ ਉਦੋਂ ਹੀ ਕੰਮ ਕਰਦੇ ਹਾਂ ਜਦੋਂ ਸਾਨੂੰ ਲੋੜ ਹੁੰਦੀ ਹੈ, ਪੇਪਰਾਂ ਦੇ ਟਾਈਮ ਹੀ ਪੜ੍ਹਦੇ ਹਾਂ। ਤਾਂ ਜਦੋਂ ਬਲੱਡ 'ਚ ਸ਼ੂਗਰ ਦਾ ਲੈਵਲ ਇਨਕਰੀਜ਼ ਹੋ ਗਿਆ, ਉੱਥੋਂ ਕੈਮੀਕਲਸ ਪਿਚੂਟਰੀ ਗਲੈਂਡ ਨੂੰ ਜਾਂਦੇ ਆ, ਉਹ ਪਿਚੂਟਰੀ ਗਲੈਂਡ ਹਾਰਮੋਨ ਰਿਲੀਜ਼ ਕਰੇਗੀ, ਉਹ ਹਾਰਮੋਨ ਬਲੱਡ 'ਚ ਜਾਣਗੇ, ਬਲੱਡ ਤੋਂ ਹਾਰਮੋਨਸ ਪੈਨਕ੍ਰੀਆਜ਼ ਨੂੰ ਸਟੀਮੂਲੇਟ ਕਰਨਗੇ, ਤਾਂ ਪੈਨਕ੍ਰੀਆਜ਼ ਜੋ ਹੈ ਇੰਸੂਲਿਨ ਸਕਰੀਟ ਕਰੇਗਾ, ਇੰਸੂਲਿਨ ਫਿਰ ਬਲੱਡ 'ਚ ਜਾ ਕੇ ਸ਼ੂਗਰ ਨੂੰ ਮੈਟਾਬੋਲਾਈਜ਼ ਕਰ ਦੇਗੀ ਗਲੂਕੋਜ਼ ਸਮਾਲੈਸਟ ਯੂਨਿਟ 'ਚ। ਇਸ ਨੂੰ ਫੀਡਬੈਕ ਮੈਕੈਨਿਜ਼ਮ ਕਹਿੰਦੇ ਆ ਕਿ ਕੋਈ ਵੀ ਹਾਰਮੋਨਸ ਕਦੋਂ ਰਿਲੀਜ਼ ਹੋਏਗਾ, ਜਦੋਂ ਦੀ ਜ਼ਰੂਰਤ ਹੈਗੀ ਆ। ਤਾਂ ਇਨ ਦਿਸ ਟੇਬਲ ਵੀ ਕੈਨ ਟੇਬਲ ਸਮਰਾਈਜ਼ ਇਟ ਕਿ ਪਿਚੂਟਰੀ ਜੋ ਹੈ ਉਹ ਮਾਸਟਰ ਗਲੈਂਡ ਹੈਗੀ ਹੈ, ਸਾਰੇ ਗਰੋਥ 'ਚ ਹੈਲਪ ਕਰਦੀ ਹੈਗੀ ਹੈ। ਥਾਇਰਾਇਡ ਗਲੈਂਡ ਮੈਟਾਬੋਲਿਜ਼ਮ 'ਚ, ਇੰਸੂਲਿਨ ਸ਼ੂਗਰ ਲੈਵਲ ਬਲੱਡ 'ਚ ਮੇਨਟੇਨ ਕਰਕੇ ਰੱਖਦਾ। ਟੈਸਟੋਸਟੀਰੋਨ ਮੇਲ ਦੇ ਵਿੱਚ ਟੈਸਟਿਸ ਤੋਂ ਰਿਲੀਜ਼ ਹੁੰਦਾ, ਅਤੇ ਕੀ ਹੈ ਮੇਲ ਦੇ ਸੈਕੰਡਰੀ ਕਰੈਕਟਰਸ ਨੂੰ ਡਿਵੈਲਪਮੈਂਟ ਕਰਨ 'ਚ ਹੈਲਪ ਕਰਦਾ ਹੈਗਾ। ਓਵਰੀਜ਼ ਹੈ ਮੈਂਸੂਰੇਸ਼ਨ ਸਾਈਕਲ ਅਤੇ ਫੀਮੇਲ ਦੇ ਸੈਕੰਡਰੀ ਕਰੈਕਟਰਿਸਟਿਕਸ ਡਿਵੈਲਪ ਕਰੇਗੀ। ਅਡਰੀਨਲਿਨ ਹਾਰਮੋਨ ਅਡਰੀਨਲਿਨ ਗਲੈਂਡ ਤੋਂ ਰਿਲੀਜ਼ ਹੁੰਦਾ, ਇਹਦੇ ਕਰਕੇ ਸਾਡੇ ਇਮੋਸ਼ਨਸ 'ਚ ਠੀਕ ਆ, ਹਾਰਟ ਬੀਟ ਤੇਜ਼ ਹੋ ਜਾਏਗੀ, ਬਰੀਦਿੰਗ ਔਰ ਡਾਈਜੈਸ਼ਨ ਦੀ ਕੰਟਰੈਕਸ਼ਨ ਜ਼ਿਆਦਾ ਹੋ ਜਾਏਗੀ। ਰਿਲੀਜ਼ਿੰਗ ਹਾਰਮੋਨ ਜਿਹੜੇ ਹੈਗੇ ਪਿਚੂਟਰੀ ਗਲੈਂਡ ਰਿਲੀਜ਼ ਕਰੇਗੀ। ਹਾਊ ਡਜ਼ ਦੀ ਕੈਮੀਕਲ ਕੋਆਰਡੀਨੇਸ਼ਨ ਟੇਕਸ ਪਲੇਸ ਇਨ, ਇਸ 'ਚ ਤੁਸੀਂ ਸਾਰੇ ਹਾਰਮੋਨਸ ਐਕਸਪਲੇਨ ਕਰਨੇ ਹੈਗੇ ਆ ਕਿ ਪਿਚੂਟਰੀ ਗਲੈਂਡ ਦੇ ਅੰਡਰ ਹੋਰ ਗਲੈਂਡਸ ਐਕਟ ਕਰਦੀਆਂ ਹੈਗੀਆਂ। ਤਾਂ ਇੱਦਾਂ ਕੈਮੀਕਲ ਸਾਡੇ 'ਚ ਦੋ ਤਰ੍ਹਾਂ ਦੇ ਕੋਆਰਡੀਨੇਸ਼ਨ ਹੁੰਦੇ, ਇੱਕ ਤਾਂ ਇਲੈਕਟ੍ਰੀਕਲ ਇੰਪਲਸਿਸ ਦੇ ਥਰੂ ਸਿਗਨਲਸ ਕਹਿ ਸਕਦੇ ਹੋ, ਟਰਾਂਸਮਿਸ਼ਨ ਉਹਨਾਂ ਨੂੰ ਇੰਪਲਸਿਸ ਕਹਿੰਦੇ ਆ, ਜਿਹੜੀਆਂ ਕਿ ਨਿਊਰੋਨਸ ਦੇ ਰਾਹੀਂ ਹੋਏਗਾ। ਦੂਸਰਾ ਕੀ ਹੈ ਕੈਮੀਕਲਸ ਦੇ ਰਾਹੀਂ, ਇਹਨਾਂ ਨੂੰ ਹਾਰਮੋਨਸ ਕਹਿੰਦੇ ਆ। ਇੱਦਾਂ ਸਾਡੀ ਬੋਡੀ ਕਿਆ ਹੈ ਕੰਟਰੋਲ ਐਂਡ ਕੋਆਰਡੀਨੇਸ਼ਨ ਕਰਦੀ ਹੈ। ਆਇਓਡਾਈਜ਼ ਸਾਲਟ ਖਾਣਾ ਚਾਹੀਦਾ। ਆਇਓਡੀਨ ਜੋ ਹੈ ਥਾਇਰੋਕਸਿਨ ਹਾਰਮੋਨ ਰਿਲੀਜ਼, ਠੀਕ ਹੈ, ਬਣਾਉਣ 'ਚ ਹੈਲਪ ਕਰਦੀ ਹੈਗੀ ਹੈ। ਤਾਂ ਇਹ ਥਾਇਰਾਇਡ ਗਲੈਂਡ ਤੋਂ ਰਿਲੀਜ਼ ਹੁੰਦਾ ਹੈਗਾ। ਅਗਰ ਅਸੀਂ ਆਇਓਡਾਈਜ਼ ਸਾਲਟ ਖਾਂਦੇ ਹਾਂ ਤਾਂ ਸਾਨੂੰ ਗੋਇਟਰ ਨਾਮ ਦਾ ਗਿੱਲੜ ਰੋਗ ਨਹੀਂ ਹੁੰਦਾ, ਅਤੇ ਗਰੋਥ ਡਿਵੈਲਪਮੈਂਟ ਸਹੀ ਹੁੰਦੀ ਹੈਗੀ ਹੈ। ਹਾਊ ਡਜ਼ ਦੀ ਅਵਰ ਬੋਡੀ ਰਿਸਪੌਂਡ ਵੈਨ ਦੀ ਅਡਰੀਨਲਿਨ ਜਦੋਂ ਸਕਰੀਟ ਹੁੰਦੀ ਹੈ, ਉਹੀ ਹਾਰਟ ਬੀਟ ਤੇਜ਼ ਹੋ ਜਾਏਗੀ, ਬਰੀਦਿੰਗ ਤੇਜ਼ ਹੋ ਜਾਏਗੀ, ਡਾਈਜੈਸ਼ਨ ਕੰਟਰੈਕਸ਼ਨ ਰਿਲੈਕਸੇਸ਼ਨ ਡਾਈਜੈਸਟਿਵ ਸਿਸਟਮ ਦੀ
ठीक है, कंट्रैक्शन ਵੱਧ ਜਾਏਗੀ, ਜਿਹਦੇ ਨਾਲ ਮਸਲਸ ਦੀ ਕੰਟਰੈਕਸ਼ਨ ਹੋਏਗੀ। ਐਜ਼ ਅ ਰਿਜ਼ਲਟ ਡਾਇਫਰੈਗਮ ਐਂਡ ਰਿਬਸ ਦੇ ਮਸਲ ਜੋ ਹੈ ਸੁੰਗੜ ਜਾਣਗੇ। ਠੀਕ ਹੈ, ਇਨ ਦੈਟ ਪੈਰਾਗ੍ਰਾਫ ਵੀ ਹੈਵ ਸ਼ੋਨ। ਪੇਸ਼ੈਂਟ ਡਾਇਬਟੀਜ਼ ਹੈ, ਡਾਇਬਟੀਜ਼ ਹੈਗੀ ਆ ਤਾਂ ਉਹਨੂੰ ਯੂਰਿਨ ਦੇ ਵਿੱਚ ਕਿਆ ਆ ਰਹੀ ਹੈ, ਸ਼ੂਗਰ ਆ ਰਹੀ ਹੈਗੀ ਆ। ਠੀਕ ਹੈ, ਤਾਂ ਇੰਸੂਲਿਨ ਦਾ ਇੰਜੈਕਸ਼ਨ ਵਗੈਰਾ ਦਿੰਦੇ ਆ। ਇੰਸੂਲਿਨ ਕੀ ਕਰੇਗੀ, ਸ਼ੂਗਰ ਨੂੰ ਮੈਟਾਬੋਲਾਈਜ਼ ਕਰ ਦੇਗੀ ਅਤੇ ਬਲੱਡ 'ਚੋਂ ਸ਼ੂਗਰ ਦਾ ਲੈਵਲ ਘੱਟ ਕਰ ਦੇਗੀ। ਠੀਕ ਆ, ਉਸ ਤੋਂ ਬਾਅਦ ਗੈਪ ਬਿਟਵੀਨ ਦੀ ਨਿਊਰੋਨ ਇਜ਼ ਨੋਨ ਐਜ਼ ਸਾਇਨੈਪਸਿਸ। ਬ੍ਰੇਨ ਸਾਰੇ ਫੰਕਸ਼ਨਸ ਕਰਦਾ, ਥਿੰਕਿੰਗ, ਹਾਰਟ ਬੀਟ, ਬੈਲੈਂਸਿੰਗ ਬੋਡੀ ਵਗੈਰਾ। ਉਸ ਤੋਂ ਬਾਅਦ ਹੈਗਾ ਨਿਊਰੋਨ ਦੀ ਸਟਰਕਚਰ, ਆਲਰੇਡੀ ਵੀ ਹੈਵ ਐਕਸਪਲੇਨ ਕਿ ਆ ਨਿਊਕਲੀਅਸ ਹੈ, ਡੈਂਡਰਾਈਟਸ, ਇਹਨੂੰ ਅੱਗੇ ਫਰਕੇਟ ਕਰ ਲਓ। ਠੀਕ ਹੈ, ਬਣਾ ਲਓ। ਆ ਐਗਜ਼ੋਨ ਹੋ ਗਿਆ ਅਤੇ ਟਰਮੀਨਲ ਐਂਡ ਦਿਖਾ ਦਿਓ। ਟਰਮੀਨਲ ਐਂਡਸ ਅਤੇ ਇਹਦੇ ਉੱਤੇ ਮੈਡੂਲਰੀ ਸ਼ੀਟ ਜਿਹੜੀ ਇਹਨੂੰ ਪ੍ਰੋਟੈਕਟ ਕਰਦੀ ਹੈ। ਇਹਦੇ ਫੰਕਸ਼ਨਸ ਕੀ ਹੈ, ਇਲੈਕਟ੍ਰੀਕਲ ਟਰਾਂਸਮਿਸ਼ਨ ਔਰ ਇੰਪਲਸਸ। ਠੀਕ ਹੈ, ਸਪਾਈਨਲ ਕੋਰਡ ਔਰ ਬ੍ਰੇਨ ਤੱਕ ਪੂਰਾ ਸਾਡਾ ਸੈਂਟਰਲ ਨਰਵਸ ਸਿਸਟਮ, ਪੈਰੀਫਰਲ ਨਰਵਸ ਸਿਸਟਮ ਇਸ ਦਾ ਬਣਿਆ ਹੁੰਦਾ। ਜੇ ਸਪਾਈਨਲ ਕੋਰਡ ਇੰਜਰ ਹੋ ਜਾਏ ਤਾਂ ਕੀ ਹੋਏਗਾ, ਸਪਾਈਨਲ ਕੋਰਡ ਕਿਹੜੇ ਐਕਸ਼ਨ ਕਰਾਉਂਦੀ ਹੈ, ਰਿਫਲੈਕਸ ਐਕਸ਼ਨ। ਠੀਕ ਹੈ, ਤਾਂ ਜੋ ਵੀ ਇਮੀਡੀਏਟ ਹੋਣ ਵਾਲੇ, ਇਮੀਡੀਏਟ ਰਿਫਲੈਕਸ ਐਕਸ਼ਨ ਹੈ, ਇਮੀਡੀਏਟ ਹੋਣ ਵਾਲੇ ਐਕਸ਼ਨਸ ਹੈ ਉਹ ਨਹੀਂ ਹੋਣਗੇ। ਠੀਕ ਹੈ, ਸਪਾਈਨਲ ਕੋਰਡ ਦੀ ਇੰਜਰੀ ਦੇ ਕਰਕੇ। ਉਸ ਤੋਂ ਬਾਅਦ ਹੈਗੇ ਇਨਵਲੰਟਰੀ, ਇਨਵਲੰਟਰੀ ਅਤੇ ਰਿਫਲੈਕਸ ਐਕਸ਼ਨ। ਰਿਫਲੈਕਸ ਐਕਸ਼ਨ ਨੂੰ ਸਪਾਈਨਲ ਕੋਰਡ ਕਰਾਏਗੀ, ਇਮੀਡੀਏਟ ਇਫੈਕਟ ਹੋਣਗੇ। ਠੀਕ ਹੈ, ਜਿਵੇਂ ਗਰਮ ਚੀਜ਼ ਨੂੰ ਟੱਚ ਕਰ ਲਿਆ। ਇਨਵਲੰਟਰੀ ਐਕਸ਼ਨਸ ਨੂੰ ਕੌਣ ਕਰਾਏਗਾ, ਮੈਡੂਲਾ, ਜੋ ਸਾਡੀ ਇੱਛਾ 'ਤੇ ਨਿਰਭਰ ਨਹੀਂ ਕਰਦੇ, ਜਿਵੇਂ ਵਲੰਟਰੀ, ਇਨਵਲੰਟਰੀ ਔਰ ਰਿਫਲੈਕਸ ਐਕਸ਼ਨ। ਇਹ ਸੈਰੀਬਰਮ ਕਰਾਏਗਾ, ਇਹਨਾਂ ਨੂੰ ਸੈਰੀਬਰਮ ਕਰਾਏਗਾ, ਇਹਨਾਂ ਨੂੰ ਮੈਡੂਲਾ ਔਰ ਇਹਨਾਂ ਨੂੰ ਸਪਾਈਨਲ ਕੋਰਡ। ਠੀਕ ਹੈ, ਵਲੰਟਰੀ 'ਚ ਇਨਵਲੰਟਰੀ ਔਰ ਰਿਫਲੈਕਸ, ਇਹਨਾਂ 'ਚ ਜਿਵੇਂ ਇਮੀਡੀਏਟ ਸਟਿਮੂਲਈ ਅਤੇ ਰਿਸਪੌਂਡ ਹੋਏਗਾ, ਸਟਿਮੂਲਈ ਐਂਡ ਰਿਸਪੌਂਡ ਸਪਾਈਨਲ ਕੋਰਡ ਰਾਹੀਂ। ਇਹ ਮੈਡੂਲਾ ਰਾਹੀਂ, ਮੈਡੂਲਾ ਰਾਹੀਂ ਲਾਈਕ ਹਾਰਟ ਬੀਟ। ਠੀਕ ਹੈ, ਹਾਰਟ ਬੀਟ, ਬਰੀਦਿੰਗ, ਬਰੀਦਿੰਗ, ਪੈਰੀਸਟਲਸਿਸ ਮੂਵਮੈਂਟ, ਪੈਰੀਸਟਲਸਿਸ ਮੂਵਮੈਂਟ ਆਫ ਦੀ ਈਸੋਫੇਗਸ। ਔਰ ਵਲੰਟਰੀ 'ਚ ਸੈਰੀਬਰਮ, ਸੈਰੀਬਰਮ ਫੋਰ ਬ੍ਰੇਨ ਦਾ ਪਾਰਟ ਹੈਗਾ, ਇਹ ਕਰਾਏਗਾ ਜੋ ਸਾਡੀ ਇੱਛਾ 'ਤੇ ਨਿਰਭਰ ਕਰਦੇ ਆ, ਖਾਣਾ ਪੀਣਾ, ਸੋਣਾ, ਬੈਠਣਾ, ਉੱਠਣਾ, ਚੱਲਣਾ, ਇਹ ਵਾਲੇ। ਨਰਵਸ ਅਤੇ 'ਚ ਨਿਊਰੋਨ ਹਾਰਮੋਨਲ ਮੈਕੈਨਿਜ਼ਮ 'ਚ ਸਾਰੇ ਹਾਰਮੋਨਸ ਨੂੰ ਡਿਸਕਸ ਕਰਾਂਗੇ। ਠੀਕ ਹੈ, ਇਹ ਸੀਗਾ ਵਟ ਇਜ਼ ਨੀਡ ਆਫ ਕੰਪਲੈਕਸ। ਕਿਉਂਕਿ ਅਸੀਂ ਕੰਪਲੈਕਸ ਔਰਗੈਨਿਜ਼ਮਸ ਹੈਗੇ ਹਾਂ ਤਾਂ ਸਾਨੂੰ ਸਾਡੇ ਦੇ ਵਿੱਚ, ਠੀਕ ਹੈ, ਕੰਪਲੈਕਸ ਨਰਵਸ ਸਿਸਟਮ ਹੈ ਜਿਸ 'ਚ ਆਲਰੇਡੀ ਬ੍ਰੇਨ ਐਂਡ ਸਪਾਈਨਲ ਕੋਰਡ, ਨਿਊਰੋਨਸ, ਇਹ ਸਾਰੇ ਪਾਰਟਸ ਇਲੈਕਟ੍ਰੀਕਲ ਔਰ ਕੈਮੀਕਲਸ ਜੋ ਹੈ ਸਾਨੂੰ ਕੰਟਰੋਲ ਐਂਡ ਕੋਆਰਡੀਨੇਸ਼ਨ ਕਰਾਉਣ 'ਚ ਹੈਲਪ ਕਰਦੇ ਆ। ਐਨੀਥਿੰਗ ਮੋਰ, ਠੀਕ ਹੈ, ਵੀ ਵਿਲ ਡਿਸਕਸ। ਤਾਂ ਇਹ ਸੀਗੇ ਸਾਡੇ ਹਾਰਮੋਨਸ। ਸਾਰੇ ਹਾਰਮੋਨਸ ਨੂੰ ਕੌਣ ਕੰਟਰੋਲ ਕਰਦੀ ਹੈ, ਪਿਚੂਟਰੀ ਗਲੈਂਡ, ਥਾਇਰਾਇਡ ਗਲੈਂਡ ਥਾਇਰੋਕਸਿਨ ਹਾਰਮੋਨ ਰਿਲੀਜ਼ ਕਰੇਗੀ, ਗਰੋਥ ਡਿਵੈਲਪਮੈਂਟ ਕਰਾਏਗਾ। ਪੈਰਾਥਾਇਰਾਇਡ ਕੈਲਸ਼ੀਅਮ ਦਾ ਲੈਵਲ, ਥਾਈਮਸ ਟੈਂਪਰੇਚਰ, ਐਡਰੀਨਲਿਨ ਹਾਰਮੋਨ ਰਿਲੀਜ਼ ਹੋਏਗਾ ਜਿਹੜਾ ਕਿ ਇਮੋਸ਼ਨਸ ਨੂੰ ਕੰਟਰੋਲ ਕਰਦਾ। ਪੈਨਕ੍ਰੀਆਜ਼ ਇੰਸੂਲਿਨ ਸਿਕਰੀਟ ਕਰਦੀ ਹੈ ਜਿਹੜਾ ਕਿ ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਮੇਨਟੇਨ ਰੱਖਦਾ। ਟੈਸਟਿਸ, ਟੈਸਟੋਸਟੀਰੋਨ ਹਾਰਮੋਨ ਮੇਲ ਸੈਕੰਡਰੀ ਕਰੈਕਟਰਸ ਨੂੰ ਮੇਨਟੇਨ ਕਰਦੇ ਹੈਗੇ ਆ। ਔਰ ਓਵਰੀਜ਼ ਜੋ ਹੈਗੀਆਂ ਉਹ ਕਿਆ ਕਰੇਗੀ, ਐਸਟ੍ਰੋਜਨ ਹਾਰਮੋਨ ਰਿਲੀਜ਼ ਕਰੇਗੀ। ਦਿਸ ਇਜ਼ ਆਲ ਅਬਾਊਟ ਦੀ ਹਾਰਮੋਨਸ ਇਨ ਐਨੀਮਲ। in another lecture we will discuss about the hormones, plant hormones. ठीक है, thank you for watching.